Like the video, subscribe to the channel and press the bell icon for latest video updates. ਉਹਦੇ 5000 ਸਾਲ ਪਹਿਲਾਂ ਇੱਥੇ ਇੱਕ ਮਹਾਭਾਰਤ ਹੋਇਆ। ਹਾਂਜੀ ਉਹਦੀ ਕੱਲੀ ਕੱਲੀ ਚੀਜ਼ ਕੱਢ ਕੇ ਦੇਖ ਲਵੋ ਕਿ ਅੱਖ ਬੰਦ ਕਰਕੇ ਤੀਰ ਛੱਡਿਆ ਜਾਂਦਾ ਹੈਗਾ ਤਾਂ ਕਿੰਨੇ ਤੀਰ ਬਣ ਜਾਂਦੇ ਆ, ਉਹ ਕਿੰਨਾ ਘਾਤਕ ਸਾਬਤ ਹੋ ਰਿਹਾ। ਉਹ ਅੱਜ ਦੇ ਜਿਹੜੇ ਆਧੁਨਿਕ ਤੁਹਾਡੇ ਨਿਊਕਲੀਅਰ ਵੈਪਨਸ ਨੇ, ਦੂਜੇ ਤੀਜੇ ਹੋਰ ਵੈਪਨਸ ਨੇ, ਇਹਨਾਂ ਨਾਲ ਉਹ ਕਿਤੇ ਘਾਤਕ ਵੈਪਨ ਸੀਗੇ। ਬਿਲਕੁਲ ਠੀਕ ਹੈ। ਅਸੀਂ ਉਹ ਹੰਡਾਇਆ, ਉਹ ਮਹਾਭਾਰਤ ਦਾ ਦੀ ਡਿਸਟਰਕਸ਼ਨ ਅਸੀਂ ਹੰਡਾਈ। ਉਹ ਮਹਾਭਾਰਤ ਦੀ ਡਿਸਟਰਕਸ਼ਨ ਸਾਡੇ ਅਨਕੰਸ਼ੀਅਸ ਮਾਈਂਡ 'ਚ ਅੱਜ ਵੀ ਇਸ ਤਰੀਕੇ ਨਾਲ ਬੈਠੀ ਆ। ਭਾਰਤ ਸਾਹਿਬ, ਮੈਂ ਚਾਹਾਂਗਾ ਕਿ ਮੈਨੂੰ ਮਾਡਰਨ ਕੋਈ ਵੀ ਕਿਸੇ ਪ੍ਰਕਾਰ ਦੀ ਮਟੀਰੀਅਲ ਮਾਡਰਨ ਸਾਇੰਸ ਐਂਡ ਟੈਕਨੋਲੋਜੀ ਦੇ ਮੁਤਾਬਕ ਇਕਨੋਮਿਕ ਡਿਵੈਲਪਮੈਂਟ ਨਹੀਂ ਚਾਹੀਦੀ। ਫਿਰ ਚਾਹੀਦਾ ਕੀ ਡਾਕਟਰ ਸਾਹਿਬ? ਕਿਉਂ ਨਹੀਂ ਚਾਹੀਦੀ? ਕਿਉਂਕਿ ਅਸੀਂ ਇਹ ਹੰਢਾ ਚੁੱਕੇ ਹਾਂ। ਹੰਢਾ ਚੁੱਕੇ ਹਾਂ। ਠੀਕ ਠੀਕ। ਇਹਨੂੰ ਇੰਨੀ ਬੁਰੀ ਤਰ੍ਹਾਂ ਅਸੀਂ ਹੰਢਾਇਆ ਐਂਡ ਆਪਣੀ ਬਰਬਾਦੀ ਦੇਖੀ ਹੈਗੀ ਆ ਕਿ ਅੱਜ ਅਸੀਂ ਇਹ ਮਾਡਰਨ ਸਾਇੰਸ ਐਂਡ ਟੈਕਨੋਲੋਜੀ ਵੱਲ ਨੂੰ ਅਸੀਂ ਜਾਣਾ ਹੀ ਨਹੀਂ ਚਾਹੁੰਦੇ। ਦਰਸ਼ਕੋ, ਤੁਹਾਡੀ ਮੁਲਾਕਾਤ ਡਾਕਟਰ ਜਸਵੀਰ ਸਿੰਘ ਦੋਸਾਂਝ ਜੀ ਨਾਲ ਅਸੀਂ ਕਰਵਾਵਾਂਗੇ। ਇਹਦੇ ਨਾਲ ਅਸੀਂ ਵੱਖ-ਵੱਖ ਟੌਪਿਕਸ 'ਤੇ ਗੱਲਬਾਤ ਕਰਦੇ ਹੈਗੇ ਹਾਂ। ਪਿਛਲੇ ਟੌਪਿਕ ਵਿੱਚ ਇਹਨਾਂ ਨੇ ਆਪਣੇ ਰੈਫਰੈਂਸ ਵਿੱਚ 4-5 ਰਿਲੀਜਨ ਜਿਹੜੇ ਵਰਡ ਦੇ ਉਹਨਾਂ ਬਾਰੇ ਰੈਫਰੈਂਸ ਦਿੱਤਾ ਸੀ। ਹੁਣ ਥੋੜ੍ਹਾ ਜਿਹਾ ਡਿਟੇਲ ਵਿੱਚ ਡਿਸਕਸ ਕਰਦੇ, ਖਾਸ ਤੌਰ 'ਤੇ ਸਨਾਤਨ ਧਰਮ ਬਾਰੇ। ਮੈਨੂੰ ਕਹਿੰਦੇ ਵੈਸੇ ਦੁੱਖ ਹੁੰਦਾ ਹੈਗਾ, ਜਿਹੜੇ ਬਹੁਤ ਸਾਰੇ ਸਨਾਤਨੀ ਕਹਿੰਦੇ ਉਹਨਾਂ ਨੂੰ ਵੀ ਸਹੀ ਮੈਨੇ ਵਿੱਚ ਇਹਦਾ ਮਤਲਬ ਨਹੀਂ ਪਤਾ ਹੈਗਾ। ਡਾਕਟਰ ਸਾਹਿਬ, ਸਾਡੇ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈਗਾ। दर्शकों, आप सबके भीतर स्वयं प्रकाशमान ज्योत को डॉक्टर दोसांझ का प्रणाम। ਡਾਕਟਰ ਸਾਹਿਬ, ਪਹਿਲਾਂ ਮੇਰਾ ਜਿਹੜਾ ਹੈਗਾ ਸਨਾਤਨ ਧਰਮ ਬਾਰੇ, ਆਮ ਤੌਰ 'ਤੇ ਤਾਂ ਲੋਕ ਕਹਿੰਦੇ ਆ ਜੀ ਇਹ ਕਿਹੜਾ ਰਿਲੀਜਨ ਹੈ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ ਜੀ, ਮੈਂ ਈਸਾਈ ਹਾਂ ਅਤੇ ਮੈਂ ਮੁਸਲਿਮ ਹੈਗਾ। ਲੇਕਿਨ ਖਾਸ ਤੌਰ 'ਤੇ ਸਨਾਤਨ ਧਰਮ, ਇਹਦਾ ਮਤਲਬ ਕੀ ਆ, ਇਹਦਾ ਇਤਿਹਾਸਕ ਪਿਛੋਕੜ ਕੀ ਹੈਗਾ, ਇਹ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ। ठीक है सर, सब तो पहला मैं ये दसना चाहांगा, धर्म की दुनिया दे विच मनुख उन्नी देर तक प्रवेश नहीं कर सकता जितनी देर तक उसने इस संसार नू, इस शरीर नू पूरी तरह भोग नहीं लिया। ਵਾਹ ਜੀ। So first phase of evolution of the mankind is कि पदार्थक ਜਾਂ ਸੰਸਾਰ ਜਾਂ ਬਾਹਰਮੁਖੀ ਸੰਸਾਰ ਜਿਹਦਾ ਕਿ ਸੰਬੰਧ ਸਾਡੇ ਸਰੀਰ ਫਿਜ਼ੀਕਲ ਬਾਡੀ ਦੇ ਨਾਲ ਹੈ, ਹਾਂਜੀ, ਜਦ ਤੱਕ ਅਸੀਂ ਉਹਨੂੰ ਨਹੀਂ ਭੋਗ ਲੈਂਦੇ ਉਦੋਂ ਤੱਕ ਅਸੀਂ ਇਸ ਤੋਂ ਅੱਗੇ ਵਿਕਾਸ ਨਹੀਂ ਕਰਦੇ। ਹਾਂਜੀ। ਦੂਸਰਾ ਫੇਜ਼ ਆ ਜਾਂਦਾ ਹੈਗਾ ਆ ਮਨ ਦਾ, ਮਨ ਦੇ ਤਲ ਦਾ। ਹਾਂਜੀ। ਪਹਿਲੀ ਗੱਲ ਤਾਂ ਸਾਡੀਆਂ ਜਿਹੜੀਆਂ ਪਦਾਰਥਕ ਵਾਸਨਾਵਾਂ ਮਨੁੱਖ ਜਾਤੀ ਦੀਆਂ ਪੂਰੀਆਂ ਹੁੰਦੀਆਂ ਨਹੀਂ ਗੀਆਂ। ਪੂਰੀਆਂ ਹੋਣ ਤਾਂ ਥੋੜ੍ਹੀ ਜਿਹੀ ਕੋਮਲ ਕਲਾ ਵੱਲ ਮੁੜੀਏ। ਹਾਂਜੀ ਹਾਂਜੀ। ਪੂਰੀਆਂ ਹੋਣ ਤਾਂ ਥੋੜ੍ਹੇ ਮਨ ਦੀਆਂ ਤਰੰਗਾਂ ਦੀ ਸਮਝ ਆਵੇ। ਇਹ ਪੂਰੀਆਂ ਸਰੀਰਕ ਲੋੜਾਂ ਪੂਰੀਆਂ ਹੋਣ ਤੇ ਫਿਰ ਮਨ ਦੀਆਂ ਲੋੜਾਂ ਦਾ ਤਲ ਸ਼ੁਰੂ ਹੁੰਦਾ। ਜਿਹਨਾਂ ਦੀਆਂ ਪੂਰੀਆਂ ਹੋ ਵੀ ਗਈਆਂ ਉਹ ਵੀ ਨਹੀਂ ਮੰਨਦੇ ਵੀ ਪੂਰੀਆਂ ਹੋ ਗਈਆਂ, ਕਿਉਂਕਿ ਫਿਰ ਉਹੀ ਲਫ਼ਜ਼ ਮੈਂ ਵਰਤਦਾ ਹੁੰਦਾ, ਬੇਹੋਸ਼ੀ। ਫਿਜ਼ੀਕਲ ਬੋਡੀ ਤੋਂ ਉੱਠ ਕੇ ਮੈਂਟਲ ਬੋਡੀ 'ਚ ਜਿਹੜਾ ਪ੍ਰਵੇਸ਼ ਹੈ ਉਹ ਦਾ ਜੋ ਟੈਕਨੀਕ ਹੈ ਉਹ ਹੈ ਕੌਨਸ਼ੀਅਸਨੈਸ ਜਾਂ ਅਵੇਅਰਨੈਸ ਜਾਂ ਹੋਸ਼ਮੰਦ ਹੋ ਜਾਣਾ। ਜਦੋਂ ਵਿਅਕਤੀ ਸੈਕੰਡ ਸਟੇਜ ਤੇ ਪਹੁੰਚਦਾ ਫਿਰ ਉਹ ਥਰਡ ਸਟੇਜ 'ਚ ਵੀ ਪ੍ਰਵੇਸ਼ ਕਰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਆਤਮਾ ਦਾ ਤਲ। ਹਾਂਜੀ। ਸੋ ਭਾਰਤ ਸਾਹਿਬ, ਇੱਕ ਗੱਲ ਤਾਂ ਪੱਕੀ ਹੈ, ਜਦ ਤੱਕ ਮਨੁੱਖ ਦੀਆਂ ਇਹ ਪਦਾਰਥਕ ਲੋੜਾਂ, ਪਦਾਰਥਕ ਵਾਸਨਾਵਾਂ, ਇਹ ਪਦਾਰਥਕ ਦੌੜ ਦੀ ਪੂਰਤੀ ਨਹੀਂ ਹੁੰਦੀ, ਉਹ ਅਗਲੀਆਂ ਦੋ ਤਲਾਂ ਦੀ ਤਾਂ ਗੱਲਬਾਤ ਕਰ ਹੀ ਨਹੀਂ ਸਕਦਾ। ਬਿਲਕੁਲ ਠੀਕ ਹੈ। ਅੱਜ ਮੈਂ ਉਸ ਵਿਸ਼ੇ ਨੂੰ ਨਹੀਂ ਛੇੜਾਂਗਾ। ਭਾਰਤ ਦੇ ਵਿੱਚ ਜੋ ਸਭ ਤੋਂ ਵੱਧ ਸਾਨੂੰ ਕ੍ਰਿਟਿਸਾਈਜ਼ ਕੀਤਾ ਗਿਆ ਉਹ ਕਾਸਟਿਜ਼ਮ ਨੂੰ ਲੈ ਕੇ ਕੀਤਾ ਗਿਆ। ਆਪਾਂ ਅਗਲੀ ਵਾਰ ਨੂੰ ਇਸ ਜਾਤ ਪਾਤ ਦੇ ਵਿਸ਼ੇ ਉੱਪਰ ਗੱਲ ਕਰਾਂਗੇ। ਠੀਕ ਹੈ ਜੀ। how this casteism is related with the various psychological types
ਐਂਡ ਮਨੁੱਖ ਦੀ ਇੱਕ ਸਾਈਕੋਲੋਜੀਕਲ ਟਾਈਪ ਤਾਂ ਹੈ ਨਹੀਂ। ਮਾਡਰਨ ਜਿਹੜੇ ਸਾਡੇ ਨੇ ਫਰਾਇਡ, ਐਡਲਰ, ਜੰਗ ਵਗੈਰਾ ਜਿੰਨੇ ਹੈਗੇ ਨੇ, ਉਹਨਾਂ ਨੇ ਮਨੁੱਖ ਦੀਆਂ 4-5 ਸਾਈਕੋਲੋਜੀਕਲ ਟਾਈਪਸ ਦੀ ਨਿਸ਼ਾਨਦੇਹੀ ਕੀਤੀ ਆ। ਉਹਨਾਂ ਆਪਾਂ ਫੇਰ ਵਿਚਾਰ ਕਰਾਂਗੇ। ਹਾਂਜੀ ਹਾਂਜੀ। ਫਿਲਹਾਲ ਮੈਂ ਸਿਰਫ ਇਸ ਤੇ ਆਵਾਂਗਾ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਇੱਕ ਕੋਮਲ ਕਲਾਕਾਰ, ਜਾਂ ਜਿਹੜੇ ਲੋਕ ਸਪਿਰਿਚੁਅਲ ਯਾਤਰਾ ਦੇ ਪਾਂਧੀ ਬਣ ਜਾਂਦੇ ਨੇ, ਹਾਂਜੀ, ਜਿਨ੍ਹਾਂ ਨੂੰ ਮੈਂ ਕੌਨਸ਼ੀਅਸ ਐਵੋਲੂਸ਼ਨ ਦਾ ਨਾਮ ਦਿੰਦਾ ਹੈਗਾ ਆ, ਕੌਨਸ਼ੀਅਸਨੈਸ ਦੀ ਗੱਲਬਾਤ ਕਰਦੇ ਨੇ, ਆਤਮ ਗਿਆਨ ਦੀ, ਆਤਮ ਵਿਕਾਸ ਦੀ, ਅੰਦਰ ਜਾਣ ਦੀ ਜਿਹੜੀ ਗੱਲਬਾਤ ਕਰਦੇ ਨੇ, ਉਹ ਉਹੀ ਲੋਕ ਕਰਦੇ ਨੇ ਜਿਨ੍ਹਾਂ ਨੇ ਜੀਵਨ ਦੇ ਇਸ ਜਾਂ ਪਿਛਲੇ ਕਿਸੇ ਜੀਵਨ ਦੇ ਵਿੱਚ ਪਦਾਰਥਕ ਲੋੜਾਂ ਭੋਗ ਲਈਆਂ, ਇਸ ਸੰਸਾਰ ਨੂੰ ਭੋਗ ਲਿਆ, ਇਸ ਜਾਂ ਪਿਛਲੇ ਕਿਸੇ ਵਿੱਚ ਕਰ ਲਿਆ, ਮਤਲਬ ਡਿਜ਼ਾਇਰ ਪੂਰੀ ਹੋ ਚੁੱਕੀ ਹੈ। ਡਿਜ਼ਾਇਰ ਪੂਰੀ, ਤੁਹਾਡੀ ਜਿਹੜੀਆਂ ਸਰੀਰਕ ਲੋੜਾਂ ਹੈਗੀਆਂ, ਮੈਂ ਫਿਰ ਬਾਰ ਰਿਪੀਟ ਕਰਾਂਗਾ, ਹਰ ਵਾਰ ਕਰਦਾ ਹੈਗਾ, ਇੱਕ ਬਹੁਤ ਵੱਡਾ ਫੈਕਟਰ ਹੈ ਕਲਚਰਲ ਕੰਡੀਸ਼ਨਿੰਗ। ਕਲਚਰਲ ਕੰਡੀਸ਼ਨਿੰਗ ਇਹੋ ਜਿਹਾ ਹੈਗਾ ਆ ਕਿ ਮਨੁੱਖ ਨੂੰ ਕਦੇ ਹੋਸ਼ਮੰਦ ਹੋਣ ਹੀ ਨਹੀਂ ਦਿੰਦਾ। ਇਟ ਇਜ਼ ਨੈਚੁਰਲ ਮੈਟਾਮੋਰਫੋਸਿਸ। ਤੁਸੀਂ ਪਦਾਰਥ ਨੂੰ ਭੋਗੋਗੇ ਤਾਂ ਨੈਚੁਰਲੀ ਤੁਸੀਂ ਮਨ ਦੇ ਤਲ ਤੇ ਆਵੋਗੇ, ਮਨ ਨੂੰ ਭੋਗੋਗੇ ਤਾਂ ਆਤਮਾ ਦੇ ਤਲ ਤੇ ਆਵੋਗੇ। ਪਰ ਸਾਨੂੰ ਤਾਂ ਜਿਹੜਾ ਸਰੀਰ ਦਾ ਤਲ ਹੈ ਉਹਦਾ ਹੀ ਭੋਗ ਨਹੀਂ ਸਾਹ ਲੈਣ ਦਿੰਦਾ। ਬੰਦਾ ਬਹੁਤ ਬੁੱਢਾ ਵੀ ਹੋ ਜਾਂਦਾ ਤਾਂ ਵੀ ਉਹਦੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਮਰਦੀਆਂ। ਭਾਰਤ ਦੀ ਬਹੁਤ ਹੀ ਜ਼ਬਰਦਸਤ ਖੂਬਸੂਰਤੀ ਆ। ਹਾਂਜੀ, ਉਹ ਖੂਬਸੂਰਤੀ ਇਹ ਹੈ ਕਿ ਬਾਕੀ ਤਾਂ ਸਾਰੇ ਅਸੀਂ ਵਿਸ਼ਵ ਦੀ ਸਿਵਲਾਈਜੇਸ਼ਨ ਸਿਰਫ 4000 ਸਾਲ ਪੁਰਾਣੀ ਮੰਨਦੇ ਆ। ਹਾਂਜੀ, ਲੇਕਿਨ ਭਾਰਤ ਦੀ ਜਿਹੜੀ ਸਿਵਲਾਈਜੇਸ਼ਨ ਦੀ ਜਿਹੜੀ ਅਸੀਂ ਮਹਾਭਾਰਤ, ਜਿਹੜਾ ਕਿ ਅੱਜ ਤੋਂ 5000 ਸਾਲ ਪਹਿਲਾਂ ਹੋਇਆ ਸੀ, ਉਹ ਇੱਕ ਇਹੋ ਜਿਹਾ ਫਿਨੋਮਨਾ ਹੈ ਮਹਾਭਾਰਤ, ਜਿਹਦੇ ਪਾਸੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਹਾਂਜੀ, ਬਹੁਤ ਸਾਰੇ ਮੇਰੇ ਮਿੱਤਰ ਪ੍ਰੇਮੀ ਨੇ ਵੈਸਟਰਨ ਕੰਟਰੀ 'ਚ ਬੈਠੇ ਹਿੰਦੁਸਤਾਨ ਨੂੰ ਕਰਦੇ ਰਹਿੰਦੇ ਨੇ। ਕੱਲ੍ਹ ਹੀ ਮੇਰੇ ਇੱਕ ਮਿੱਤਰ ਨੇ ਕਿਹਾ ਹੈਗਾ ਕਿ ਵਾਟ ਅਬਾਊਟ ਦਾ ਪਾਵਰਟੀ ਲਾਈਨ ਇਨ ਇੰਡੀਆ। ਹਾਂਜੀ, ਉਹ ਇਸ ਚੀਜ਼ ਨੂੰ, ਪਾਵਰਟੀ ਲਾਈਨ ਤੋਂ, ਹਿੰਦੁਸਤਾਨ ਦੀ ਬੈਕਵਰਡਨੈਸ ਐਂਡ ਗਰੀਬੀ ਤੋਂ ਬਾਹਰ ਉਹਨਾਂ ਨੂੰ ਕੁਝ ਹੋਰ ਪਤਾ ਹੀ ਨਹੀਂ। ਕਈ ਗਰੀਬੀ ਵਿੱਚ ਵੀ ਬੜੇ ਉੱਚੀ ਅਵਸਥਾ ਦੇ ਹੁੰਦੇ, ਸੰਤੁਸ਼ਟ ਹੈਗੇ ਗਰੀਬੀ ਵਿੱਚ ਵੀ। ਚਲੋ ਦੈਟਸ ਅ ਡਿਫਰੈਂਟ ਟੌਪਿਕ। ਹਾਂਜੀ, ਲੇਕਿਨ ਹਿੰਦੁਸਤਾਨ ਦਾ ਇੱਕ ਸੰਸਕਾਰ ਹੈ, ਉਹ ਸੰਸਕਾਰ ਦੇ ਵਿੱਚ 5000 ਤੋਂ ਅਸੀਂ ਪਿੱਛੇ ਚੱਲਦੇ ਹਾਂ। ਹਾਂਜੀ, ਅੱਜ ਤੋਂ 5000 ਸਾਲ ਪਹਿਲਾਂ ਜੋ ਅੱਜ ਦੀ ਥੋੜ੍ਹੀ ਬਹੁਤੀ ਮਟੀਰੀਅਲ ਜਾਂ ਸਾਇੰਟੀਫਿਕ ਤਰੱਕੀ ਹੈ ਵਰਲਡ ਦੀ, ਹਾਂਜੀ, ਜਿਹਨੂੰ ਅਸੀਂ ਮਾਡਰਨ ਵਰਲਡ ਕਹਿੰਦੇ ਹਾਂ, ਵੈਸਟਰਨ ਵਰਲਡ ਕਹਿੰਦੇ ਹਾਂ, ਸਾਇੰਸ ਐਂਡ ਟੈਕਨੋਲੋਜੀ ਕਹਿੰਦੇ ਹਾਂ, ਇਹਨੂੰ ਸਾਡੀ ਪੁਰਾਣੀ ਇੰਸ਼ੀਐਂਟ 5000 ਸਾਲ ਪੁਰਾਣੀ ਭਾਰਤ ਦੀ ਤਰੱਕੀ ਦੇ ਨਾਲ ਮੁਕਾਬਲਤਨ ਤੋਲੀਏ ਤਾਂ ਉਹਦੇ ਮੁਕਾਬਲੇ ਤੇ ਤੁੱਛ ਆ। ਅੱਛਾ, ਤੁੱਛ ਆ। ਹਾਂਜੀ, ਕੁਝ ਵੀ ਨਹੀਂ, ਕੁਝ ਵੀ ਨਹੀਂ। ਹਾਂਜੀ ਹਾਂਜੀ, ਇਹ ਐਕਸਪਲੇਨ ਕਰ ਦਿਓ ਥੋੜਾ ਜਿਹਾ। ਮਹਾਭਾਰਤ ਦਾ ਜੋ ਕਾਲ ਸੀ, ਦੈਟ ਵਾਸ ਦਾ, ਉਸ ਤੋਂ ਪਹਿਲਾਂ ਦਾ ਵੀ ਜੋ ਸਮਾਂ ਸੀ, ਹਾਂਜੀ, ਉਹ ਇੱਕ ਵਿਕਾਸ ਸੀ ਜਿਹੜਾ ਕਿ ਮਨੁੱਖ ਨੇ ਮਟੀਰੀਅਲ ਪ੍ਰੋਸਪੈਰਿਟੀ ਨੂੰ ਭੋਗ ਲਿਆ ਸੀ। ਮਟੀਰੀਅਲ ਪ੍ਰੋਸਪੈਰਿਟੀ ਨੂੰ ਭੋਗ ਕੇ ਅਸੀਂ ਮਨ ਦੇ ਤਲ ਦੇ ਉੱਪਰ ਪ੍ਰਵੇਸ਼ ਕੀਤਾ ਸੀ, ਮਨ ਨੂੰ ਵੀ ਭੋਗ ਲਿਆ ਸੀ। ਉਸ ਤੋਂ ਬਾਅਦ ਅਸੀਂ ਕਾਂਸ਼ੀਅਸ ਤਲ ਤੇ ਪ੍ਰਵੇਸ਼ ਕਰ ਗਏ ਸੀਗੇ। ਬਹੁਤ ਅੱਛੀ ਗੱਲ। ਮਨ ਦੇ ਤਲ ਤੇ ਕਾਂਸ਼ੀਅਸ ਤਲ ਤੇ ਪ੍ਰਵੇਸ਼ ਹੋ ਹੀ ਨਹੀਂ ਸਕਦਾ ਜਦ ਤੱਕ ਤੁਸੀਂ ਮੈਟਰ ਦੇ ਤਲ ਦੇ ਉੱਪਰ, ਸਰੀਰਕ ਤਲ ਦੇ ਉੱਪਰ ਤੁਸੀਂ ਇਹਦੀ ਸੈਟਿਸਫੈਕਸ਼ਨ ਨਹੀਂ ਕਰ ਸਕਦੇ, ਨਹੀਂ ਕਰ ਲੈਂਦੇ। ਭਾਰਤ ਦੀ ਖਾਸੀਅਤ ਇਹ ਹੈ ਕਿ ਆ ਜਿਹੜੀ ਥੋੜੀ ਬਹੁਤੀ ਪ੍ਰੋਸਪੈਰਿਟੀ ਵੈਸਟ ਚੀਕਾ ਮਾਰਦਾ ਫਿਰਦਾ ਨਾ ਕਿ ਅਸੀਂ ਬਹੁਤ ਪ੍ਰੋਸਪੈਰਿਟੀ ਆ, ਸਾਨੂੰ ਭਾਰਤ ਗਰੀਬ ਹੈ, ਇਹ ਅਸੀਂ ਹੰਡਾਈ ਆ। ਇਹ ਅਸੀਂ ਹੰਡਾ ਕੇ ਕੌਨਸ਼ੀਅਸ ਐਵੋਲੂਸ਼ਨ ਦੀ ਪੀਕ ਵੀ ਟੱਚ ਕੀਤੀ ਆ। ਕਿਉਂਕਿ ਕੌਨਸ਼ੀਅਸਨੈਸ ਦੀ ਬੜੀ ਦਾ ਅਨੁਭੂਤੀ ਤਦ ਹੀ ਹੋਵੇਗੀ ਜਿਹੜੇ ਪਹਿਲੇ ਦੋ ਤਲ ਦੀ ਤੁਸੀਂ ਐਕਸਪੀਰੀਅੰਸ ਵਿੱਚੋਂ ਗੁਜ਼ਰੇ ਹੋ, ਉਹਨਾਂ ਦਾ ਅਨੁਭਵ ਹੋਇਆ ਹੋਵੇਗਾ। ਸੋ ਭਾਰਤ ਨੂੰ ਸਮਝਣ ਵਾਸਤੇ ਪਿਛਲੇ 4000 ਸਾਲ ਦੀ ਵੈਸਟਰਨ ਸਿਵਲਾਈਜੇਸ਼ਨ ਦੀ ਜਾਂ ਐਜੂਕੇਸ਼ਨ ਦੀ ਜਾਂ ਸਾਈਕੋਲੋਜੀ ਨੂੰ ਇੱਕ ਪਾਸੇ ਰੱਖ ਦਿਓ, ਇਹ ਤਾਂ ਕੁਝ ਵੀ ਨਹੀਂ ਉਹਦੇ ਅੱਗੇ। ਹਾਂਜੀ ਹਾਂਜੀ, ਉਹਦੇ 5000 ਸਾਲ ਪਹਿਲਾਂ ਇੱਥੇ ਇੱਕ ਮਹਾਭਾਰਤ ਹੋਇਆ। ਹਾਂਜੀ, ਉਹਦੀ ਕੱਲੀ ਕੱਲੀ ਚੀਜ਼ ਕੱਢ ਕੇ ਦੇਖ ਲਵੋ ਕਿ ਅੱਖ ਬੰਦ ਕਰਕੇ ਤੀਰ ਛੱਡਿਆ ਜਾਂਦਾ ਹੈਗਾ ਤਾਂ ਕਿੰਨੇ ਤੀਰ ਬਣ ਜਾਂਦੇ ਆ, ਉਹ ਕਿੰਨਾ ਘਾਤਕ ਸਾਬਤ ਹੋ ਰਿਹਾ। ਉਹ ਅੱਜ ਦੇ ਜਿਹੜੇ ਆਧੁਨਿਕ ਤੁਹਾਡੇ ਨਿਊਕਲੀਅਰ ਵੈਪਨਸ ਨੇ, ਦੂਜੇ ਤੀਜੇ ਹੋਰ ਵੈਪਨਸ ਨੇ, ਇਹਨਾਂ ਨਾਲ ਉਹ ਕਿਤੇ ਘਾਤਕ ਵੈਪਨ ਸੀਗੇ।
ਬਿਲਕੁਲ ਠੀਕ ਹੈ। ਅਸੀਂ ਉਹ ਹੰਡਾਇਆ, ਉਹ ਮਹਾਭਾਰਤ ਦਾ ਦੀ ਡਿਸਟਰਕਸ਼ਨ ਅਸੀਂ ਹੰਡਾਈ। ਉਹ ਮਹਾਭਾਰਤ ਦੀ ਡਿਸਟਰਕਸ਼ਨ ਸਾਡੇ ਅਨਕੰਸ਼ੀਅਸ ਮਾਈਂਡ 'ਚ ਅੱਜ ਵੀ ਇਸ ਤਰੀਕੇ ਨਾਲ ਬੈਠੀ ਆ। ਭਾਰਤ ਸਾਹਿਬ, ਮੈਂ ਚਾਹਾਂਗਾ ਕਿ ਮੈਨੂੰ ਮਾਡਰਨ ਕੋਈ ਵੀ ਕਿਸੇ ਪ੍ਰਕਾਰ ਦੀ ਮਟੀਰੀਅਲ ਮਾਡਰਨ ਸਾਇੰਸ ਐਂਡ ਟੈਕਨੋਲੋਜੀ ਦੇ ਮੁਤਾਬਕ ਇਕਨੋਮਿਕ ਡਿਵੈਲਪਮੈਂਟ ਨਹੀਂ ਚਾਹੀਦੀ। ਫਿਰ ਚਾਹੀਦਾ ਕੀ ਡਾਕਟਰ ਸਾਹਿਬ? ਕਿਉਂ ਨਹੀਂ ਚਾਹੀਦੀ? ਕਿਉਂਕਿ ਅਸੀਂ ਇਹ ਹੰਢਾ ਚੁੱਕੇ ਹਾਂ। ਹੰਢਾ ਚੁੱਕੇ ਹਾਂ। ਠੀਕ। ਇਹਨੂੰ ਇੰਨੀ ਬੁਰੀ ਤਰ੍ਹਾਂ ਅਸੀਂ ਹੰਢਾਇਆ ਐਂਡ ਆਪਣੀ ਬਰਬਾਦੀ ਦੇਖੀ ਹੈਗੀ ਆ ਕਿ ਅੱਜ ਅਸੀਂ ਇਹ ਮਾਡਰਨ ਸਾਇੰਸ ਐਂਡ ਟੈਕਨੋਲੋਜੀ ਵੱਲ ਨੂੰ ਅਸੀਂ ਜਾਣਾ ਹੀ ਨਹੀਂ ਚਾਹੁੰਦੇ। ਕਿਉਂਕਿ ਭਾਰਤ ਤੋਂ ਛੁੱਟ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਇਹ ਐਵੋਲੂਸ਼ਨ ਦਾ ਪ੍ਰੋਸੈਸ ਕਿਸੇ ਨੇ ਨਹੀਂ ਹੰਢਾਇਆ। ਇੱਕ ਭਾਰਤ ਦੇ ਆਵਾਮ ਨੇ ਇਹ ਐਵੋਲੂਸ਼ਨ ਦਾ ਪ੍ਰੋਸੈਸ ਕਾਂਸ਼ੀਅਸ ਐਵੋਲੂਸ਼ਨ ਤੱਕ ਪਹੁੰਚ ਕੇ ਕਾਂਸ਼ੀਅਸਨੈਸ ਨੂੰ ਹੰਢਾਇਆ। ਬਿਲਕੁਲ ਠੀਕ ਹੈ। 5000 ਸਾਲ ਪਹਿਲਾਂ ਹਰ ਵਿਅਕਤੀ ਦਾ ਇੱਕੋ ਇੱਕ ਹੀ ਜੀਵਨ ਦਾ ਮੰਤਵ ਹੁੰਦਾ ਸੀ। ਜਿੱਦਾਂ ਭਾਰਤ ਸਾਹਿਬ ਅੱਜ ਮੰਤਵ ਹੈ ਨਾ ਕਿ ਪੈਸਾ ਕਮਾਉਣਾ, ਹਾਏ ਪੈਸਾ, ਹਾਏ ਹੋਰ ਉੱਚਾ ਅਹੁਦਾ, ਹੋਰ ਬਸ ਹੋਰ ਹੋ ਜਾਏ, ਹੰਕਾਰ ਪੂਰਤੀ ਹੋ, ਹੋਰ ਪੈਸਾ। ਹਾਂਜੀ, ਅੱਜ ਇਹ ਦੌੜਿਆ ਨਾ। ਅੱਜ ਤੋਂ 5000 ਸਾਲ ਪਹਿਲਾਂ ਇਸ ਸਧਾਰਨ ਵਿਅਕਤੀ ਦੀ ਦੌੜ ਨਹੀਂ ਸੀ। ਅੱਜ ਤੋਂ 5000 ਸਾਲ ਪਹਿਲਾਂ ਮਹਾਭਾਰਤ ਤੋਂ ਪਹਿਲਾਂ ਹਰ ਵਿਅਕਤੀ ਦੀ ਦੌੜ ਇਹ ਸੀ, ਜੇ ਕਿਸੇ ਪਾਸ ਬੁੱਧੀ ਸੀ ਉਹ ਕਹਿੰਦਾ ਸੀ ਕਿ ਮੈਂ ਬੁੱਧੀ ਰਹੀ ਉਸ ਚੇਤਨਾ ਨੂੰ ਪਾ ਲਵਾਂ। ਜੇ ਕਿਸੇ ਪਾਸ ਸ਼ਕਤੀ ਸੀ ਉਹ ਕਹਿੰਦਾ ਮੈਂ ਸ਼ਕਤੀ ਰਹੀ ਉਸ ਚੇਤਨਾ ਦਾ ਅਨੁਭਵ ਕਰ ਲਵਾਂ। ਜੇ ਕਿਸੇ ਪਾਸ ਦੋਵੇਂ ਨਹੀਂ ਸੀਗੀਆਂ, ਸੇਵਾ ਭਾਵ ਸੀ, ਉਹ ਕਹਿੰਦਾ ਮੈਂ ਸੇਵਾ ਕਰਕੇ ਮੈਂ ਉਸ ਨੂੰ ਪ੍ਰਾਪਤ ਕਰ ਲਵਾਂ। ਜਿਹਦੇ ਪਾਸ ਤਿੰਨੋਂ ਨਹੀਂ ਸੀ, ਮਿਕਸਚਰ ਸੀਗਾ, ਉਹ ਕਹਿੰਦਾ ਕਿ ਮੈਂ ਲੋਕਾਂ ਦੀ ਇਹ ਜੋ ਜਿਨ੍ਹਾਂ ਨੂੰ ਅਸੀਂ ਸੇਠ ਕਹਿੰਦੇ ਆ, ਵਪਾਰੀ ਕਹਿੰਦੇ ਹੈਗੇ ਆ, ਸਭ ਤੋਂ ਡਿਫਿਕਲਟ ਜਿਹੜੀ ਕੋਈ ਧਰਮ ਦੀ ਦੁਨੀਆ ਦੇ ਵਿੱਚ ਸਪਿਰਿਚੁਅਲ ਗਰੋਥ ਕਰਨ ਦਾ ਵਰਗ ਸੀ, ਉਹ ਵੈਸ਼ ਸੀ। ਇੱਕ ਵੈਸ਼ ਇੱਕ ਆਪਣੇ ਵਪਾਰ ਦੇ ਵਿੱਚ ਇਮਾਨਦਾਰ ਹੋ ਜਾਏ, ਉਹਨੂੰ ਮਿਲ ਗਿਆ। ਇੱਕ ਸੇਵਾ ਕਰਨ ਵਾਲਾ ਆਪਣੀ ਸੇਵਾ ਭਾਵ ਦੇ ਵਿੱਚ ਇਮਾਨਦਾਰ ਹੋ ਜਾਏ, ਕਾਂਸ਼ੀਅਸਨੈਸ ਮਿਲ ਗਈ। ਵਰਕ ਇਜ਼ ਵਰਸ਼ਿਪ। ਉਸ ਵਕਤ ਹਰ ਵਿਅਕਤੀ ਦੀ ਦੌੜ ਇਹ ਹੁੰਦੀ ਸੀ ਕਿ ਮੈਂ ਕਾਂਸ਼ੀਅਸਲੀ ਇਵੋਲਵ ਕਰਕੇ ਉਸ ਕਾਂਸ਼ੀਅਸ ਦੇ ਤਲ ਨੂੰ ਕਿਵੇਂ ਪ੍ਰਾਪਤ ਕਰਾਂ। ਜਿਵੇਂ ਅੱਜ ਹੈ ਮੈਂ ਪਦਾਰਥ ਨੂੰ ਕਿਵੇਂ ਪ੍ਰਾਪਤ ਕਰਾਂ, ਉਸ ਵਕਤ ਸੀ ਮੈਂ ਕਾਂਸ਼ੀਅਸ ਨੂੰ ਕਿਵੇਂ ਪ੍ਰਾਪਤ ਕਰਾਂ। ਮੈਂ ਚੀਜ਼ ਦੀ ਵਿਆਖਿਆ ਭਾਰਤ ਸਾਹਿਬ ਕਰਕੇ ਕੀਤੀ ਹੈਗੀ ਆ ਕਿ ਜਿਹੜਾ ਲਫ਼ਜ਼ ਤੁਸੀਂ ਵਰਤਿਆ ਕਿ ਸਨਾਤਨ ਧਰਮ ਕਿਹਨੂੰ ਕਹਿੰਦੇ ਆ, ਕਾਂਸ਼ੀਅਸ ਐਵੋਲੂਸ਼ਨ ਦੀ ਪੀਕ ਨੂੰ ਟੱਚ ਕਰਨਾ, ਇਹ ਭਾਰਤ ਦੀ ਸ਼ਨਾਖਤ ਹੈ, ਇਹ ਭਾਰਤ ਦੀ ਖੂਬਸੂਰਤੀ ਹੈ, ਇਹ ਭਾਰਤ ਦਾ ਹੈਰੀਟੇਜ ਹੈ, ਇਹ ਭਾਰਤ ਦੀ ਜਿੰਦ ਜਾਨ ਹੈ। ਹੁਣ ਕਾਂਸ਼ੀਅਸਨੈਸ क्या है? एक ओंकार सतनाम करता पुरख निरभौ निर्वैर अकाल मूरत जुनी सब कद ना मिलता गुर प्रसाद। ये डेफिनेशन है उस अनडिट इटर्नल इन्फिनिट सर्वव्यापक ऊर्जा दी। साडा भारती दर्शन ਇੱਥੋਂ ਹੀ ਜਨਮ ਲੈਂਦਾ, ਇਹਦੇ ਵਿੱਚੋਂ ਹੀ ਸਾਡੀ ਸੰਸਕ੍ਰਿਤ ਲੈਂਗੁਏਜ ਨਿਕਲੀ, ਇਹਦੇ ਵਿੱਚੋਂ ਹੀ ਸਾਡਾ ਸਾਰਾ ਗੀਤ ਸੰਗੀਤ ਨਿਕਲਿਆ, ਸਾਰੀ ਸੈਂਸਿਸ ਦਾ ਆਧਾਰ ਸਾਡੀ ਕਾਂਸ਼ੀਅਸਨੈਸ ਹੈ। ਮੈਂ ਡਾਕਟਰ ਸਾਹਿਬ ਥੋੜ੍ਹਾ ਜਿਹਾ ਤੁਹਾਨੂੰ ਰੋਕਦਾ ਹੈਗਾ, ਇਹ ਐਡਾ ਸਾਡਾ ਰਿਚ ਕਲਚਰ ਹੈਰੀਟੇਜ ਹੈ ਜੋ ਵੀ ਹੈ ਸਪਿਰਿਚੁਅਲ ਐਵੋਲੂਸ਼ਨ, ਹਾਂਜੀ, ਇਹ ਤਾਂ ਪੂਰੇ ਵਰਲਡ ਵਿੱਚ ਸਪਰੈਡ ਹੋਣੀ ਚਾਹੀਦੀ ਸੀ, ਜਦ ਕਿ ਅਸੀਂ ਛੋਟੇ ਜਿਹੇ ਖਿੱਤੇ ਵਿੱਚ ਰਹਿ ਗਏ ਹੈਗੇ ਆ। ਨਹੀਂ, ਅਸੀਂ ਵਰਲਡ ਸਪਰੈਡ ਕੀਤਾ। ਅੱਛਾ ਜੀ, ਇਹ ਗੱਲ ਨਹੀਂ ਹੈ। ਹਾਂਜੀ, ਮਹਾਭਾਰਤ ਕਿਤੇ ਨਿੱਕੇ ਜਿਹੇ ਕਿਤੇ ਲੜਾਈ ਥੋੜੀ ਸੀਗੀ। ਹਾਂਜੀ, ਆ ਜਿੰਨੇ ਏਸ਼ੀਅਨ ਕੰਟਰੀ ਨੇ, ਆ ਕੰਬੋਡੀਆ ਤੇ ਥਾਈਲੈਂਡ ਦੇ, ਜਿੰਨੇ ਲੈਟਨ ਅਮਰੀਕਨ ਕੰਟਰੀ ਨੇ, ਅਮਰੀਕਾ ਤਾਂ ਉਦੋਂ ਕੋਈ ਜਾਣਦਾ ਹੀ ਨਹੀਂ ਸੀਗਾ। ਹਾਂਜੀ, ਉਦੋਂ ਜਾਣਦਾ ਨਹੀਂ ਸੀ ਕੋਈ, ਯੂਰਪ ਨੂੰ ਕੋਈ ਨਹੀਂ ਸੀ ਜਾਣਦਾ। ਯੂਰਪ ਹਾਂ ਪਹਿਲਾਂ ਜਿੰਨੀ ਵੀ ਨੋਨ ਸਾਡੇ ਦੇਸ਼ ਸੀਗੇ, ਨੋਨ ਕੰਟਰੀ ਸੀਗੇ ਧਰਤੀ ਦੇ ਹਿੱਸੇ ਦੇ, ਹਾਂਜੀ, ਉਹ ਸਭ ਜਗ੍ਹਾ ਅਸੀਂ ਉਹਦੇ ਉੱਥੇ ਸੀਗੇ। ਗੱਲ ਬਹੁਤ ਲੰਬੀ ਹੋ ਜਾਂਦੀ ਹੈ, ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹਾਂਗਾ। ਹਾਂਜੀ, ਅਮਰੀਕਨ ਇੱਕ ਫਿਲਾਸਫਰ ਰਾਦਰ ਪ੍ਰੀਸਟ, ਕ੍ਰਿਸਚੈਨਿਟੀ ਕੈਥੋਲਿਕ ਪ੍ਰੀਸਟ, ਹਾਂਜੀ, ਕੈਥੋਲਿਕ ਚਰਚ ਨੇ ਉਹਨੂੰ ਇੰਡੀਆ ਕ੍ਰਿਸਚੈਨਿਟੀ ਦੇ ਪ੍ਰਸਾਰ ਵਾਸਤੇ ਭੇਜਿਆ। ਹਾਂਜੀ, ਮੇਰਾ ਖਿਆਲ ਉਹਦਾ ਨਾਂ ਸੀ ਬਾਬਾ ਬੁਲਕੇ।
ਹਾਂਜੀ ਸੁਣਿਆ ਹੋਣਾ ਸ਼ਾਇਦ ਤੁਸੀਂ ਵੀ, ਨਹੀਂ ਤਾਂ ਗੂਗਲ ਤੇ ਕੱਢ ਲਿਓ। ਹਾਂਜੀ ਹਾਂਜੀ ਬਾਬਾ ਬੁਲਕੇ, ਹਾਂਜੀ ਉਹ ਆਇਆ ਤਾਂ ਸੀ ਇੱਥੇ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਨ, ਲੇਕਿਨ ਉਹ ਦੇਖਦਾ ਕਿ ਇੱਥੇ ਇੱਕ ਰਾਮਲੀਲਾ ਖੇਡੀ ਜਾਂਦੀ ਆ, ਇਹ ਕੀ ਬਲਾ ਆ। ਉਸ ਵਿਅਕਤੀ ਦੇ ਅੰਦਰ ਕਿਹੋ ਜਿਹੀ ਜਿਗਿਆਸਾ ਜਾਗੀ ਕਿ ਮੈਂ ਜਾਗਾ ਕਿ ਭਾਰਤ ਹੈ ਕੀ, ਇਹ ਕਿਹੜੀ ਕੌਨਸ਼ੀਅਸਨੈਸ ਦੀ ਗੱਲਬਾਤ ਕਰ ਰਹੇ ਨੇ, ਕਿਹੜੇ ਅਧਿਆਤਮਿਕ ਵਿਕਾਸ ਦੀ ਗੱਲਬਾਤ ਕਰ ਰਹੇ ਨੇ, ਇਹ ਕਿਹੜਾ ਹੈ ਕੌਨਸ਼ੀਅਸ ਐਵੋਲੂਸ਼ਨ। ਉਹਦੀ ਇਸ ਜਿਗਿਆਸਾ ਨੇ ਉਹਨੂੰ ਸੰਸਕ੍ਰਿਤ ਦਾ ਸਕਾਲਰ ਬਣਾਤਾ। ਉਹਨੇ ਸੰਸਕ੍ਰਿਤ ਦੇ ਵਿੱਚ ਪੂਰੀ ਰਾਮਾਇਣ ਲਿਖੀ। ਅੱਛਾ ਸੰਸਕ੍ਰਿਤ ਚ। ਹਾਂਜੀ, ਐਂਡ ਨੋਬਲ ਪ੍ਰਾਈਜ਼ ਵਾਸਤੇ ਉਹਨੂੰ ਜਦੋਂ ਪੇਸ਼ ਕੀਤਾ ਗਿਆ ਕਹਿੰਦੇ ਨਹੀਂ ਇਹ ਤਾਂ ਅੰਗਰੇਜ਼ੀ, ਕਹਿੰਦਾ ਨਾ ਇਹ ਲਿਖੀ ਹੀ ਸੰਸਕ੍ਰਿਤ ਵਿੱਚ ਜਾ ਸਕਦੀ ਆ। ਮੈਂ ਉਸ ਬਾਬਾ ਬੁਲਕੇ ਦੀ ਤੁਹਾਨੂੰ ਗੱਲ ਦੱਸਦਾ ਕਿ ਉਸਨੇ ਦੁਨੀਆ ਭਰ ਦੀਆਂ ਤਮਾਮ ਦੇਸ਼ਾਂ ਦੀਆਂ ਜਾ ਕੇ ਰਾਮ ਲੀਲਾ ਦੇਖੀਆਂ, ਸ਼੍ਰੀਲੰਕਾ ਦੀ, ਸਾਊਥ ਦੀ, ਬਰਮਾ ਤੋਂ ਪਰੇ ਜਿੰਨੇ ਦੇਸ਼ ਨੇ, ਇਥੋਪੀਆ ਦੀ, ਥਾਈਲੈਂਡ ਦੀ, ਆਪਣੇ ਜਾਪਾਨ ਦੀ, ਮਲੇਸ਼ੀਆ ਦੀ, ਉੱਧਰੋਂ ਉਹਨੂੰ ਜਿੱਥੇ ਕਿਤੇ ਪਤਾ ਲੱਗਾ ਕਿ ਇੱਥੇ ਰਾਮਲੀਲਾ ਹੋ ਰਹੀ ਹੈਗੀ ਆ, ਉਹਨਾਂ ਦੀ ਲੈਂਗੁਏਜ ਹੋ ਰਹੀ ਹੈਗੀ ਆ, ਉਹਨੇ ਉਹ ਸਾਰੀਆਂ ਰਾਮਲੀਲਾ ਦੇਖੀਆਂ ਐਂਡ ਉਹਨਾਂ ਨੂੰ ਕੰਪਾਈਲ ਕੀਤਾ। ਐਂਡ ਹੀ ਵਾਸ ਐਜ਼ ਏ ਬਾਬਾ ਬੁਲਕੇ a famous and known scholar of Sanskrit and the writer of the Ramayana. ਪਰ ਵੈਸੇ ਉਹ ਕ੍ਰਿਸਚੀਅਨ ਪ੍ਰੀਸਟ ਸੀਗਾ। ਮੈਂ ਕ੍ਰਿਸਚੀਅਨ ਪ੍ਰੀਸਟ ਸੀ ਉਹ। ਹਾਂਜੀ ਹਾਂਜੀ ਠੀਕ ਠੀਕ। ਮੈਂ ਤੁਹਾਨੂੰ ਇੱਕ ਥੋੜੀ ਮਿਸਾਲ ਦਿੱਤੀ ਹੈਗੀ ਆ। ਰੀਸੈਂਟਲੀ ਹੁਣ ਸਾਡੇ ਪਾਸ ਡਾਕਟਰ ਡੇਵਿਡ ਫਰਾਲੇ ਹੈ। ਹਾਂਜੀ, he was also a noted philosopher, ਲੇਕਿਨ ਇਸ ਵੇਲੇ ਸਵਾਮੀ ਵਮਨਿਆ ਬਣਿਆ ਹੋਇਆ। ਜਿੱਥੇ ਵੀ ਜਿਸ ਵਿਅਕਤੀ ਦੇ ਵਿੱਚ ਵੀ ਇਹ ਸਮਝ ਆ ਜਾਏਗੀ ਕਿ ਮੈਂ ਫਿਜ਼ੀਕਲ ਤਲ ਹੰਡਾ ਲਿਆ, ਮਨ ਦੇ ਤਲ ਨੂੰ ਵੀ ਮੈਂ ਹੰਡਾ ਲਿਆ, ਜੋ ਕਵਿਤਾ ਲਿਖਣੀ ਸੀ ਲਿਖ ਲਈ, ਜੋ ਸੁੰਦਰ ਤਸਵੀਰਾਂ ਬਣਾਉਣੀਆਂ ਸੀ ਬਣਾ ਲਈਆਂ, ਜੋ ਸਕਲਪਚਰ ਕਰਨੀ ਸੀ ਕਰ ਲਈ, ਤੇ ਉਹ ਅੱਜ ਤਾਂ ਉਹ ਪਾਪ ਆ। ਕਿਉਂ ਪਾਪ ਆ? ਅਸੀਂ ਉਹਨੂੰ ਵੇਚਦੇ ਆ। ਕੋਮਲ ਕਲਾ ਨੂੰ ਜਿਹੜਾ ਵਿਅਕਤੀ ਵੇਚਦਾ, ਉਸ ਤੋਂ ਵੱਡਾ ਪਾਪ ਕੋਈ ਨਹੀਂ ਹੈਗਾ। ਬਿਲਕੁਲ ਉਹ ਤਾਂ ਆਪਾਂ ਵਿਸ਼ਾ ਫੇਰ ਡਿਸਕਸ ਕਰਾਂਗੇ, ਕਿਉਂਕਿ ਇਹ ਵਿਸ਼ਾ ਡਿਸਕਸ ਕਿਉਂ ਕਰਨਾ ਬਣਦਾ, ਕਿਉਂਕਿ ਸਿੱਖੀਜ਼ਮ ਦੀ ਬੁਨਿਆਦ ਇਹ ਕੋਮਲ ਕਲਾ ਗੀਤ ਸੰਗੀਤ ਆ। ਹਾਂ ਬਿਲਕੁਲ ਠੀਕ ਹੈ। ਐਂਡ ਇਸ ਗੀਤ ਸੰਗੀਤ ਦੀ ਬਹੁਤੇ ਸਿੱਖਾਂ ਨੂੰ ਸਮਝ ਨਹੀਂ ਗਈ। ਬਿਲਕੁਲ ਠੀਕ ਹੈ। ਕਦੇ ਦੇਖੋ ਨਾ, ਚਲੋ ਆਪ ਫਿਰ ਵਿਸ਼ਾ ਲੰਬਾ ਹੋ ਜਾਂਦਾ, ਆਪਾਂ ਉਸ ਪਾਸੇ ਨਹੀਂ ਜਾਂਦੇ, ਆਪਾਂ ਇੱਧਰ ਹੀ ਰਹਾਂਗੇ ਕਿ ਇਹ ਜਿਹੜੀ 5000 ਸਾਲ ਪੁਰਾਣੀ ਸਾਡੀ ਉਸ ਵਕਤ ਦਾ ਸਟਰਕਚਰ ਸੀਗੀ, ਉਹ 'ਚ ਅਸੀਂ ਐਕਸਪੀਰੀਅੰਸ ਕੀਤਾ ਕਿ ਕੌਨਸ਼ੀਅਸ ਐਵੋਲੂਸ਼ਨ ਦਾ ਪੀਕ ਕੀ ਹੈ, ਪਦਾਰਥਕ ਐਵੋਲੂਸ਼ਨ ਦੀ ਪੀਕ ਕੀ ਹੈ। ਇਹ ਨੈਚੁਰਲ ਫਿਨੋਮੀਨਾ ਆ। ਜਦ ਤੱਕ ਅਸੀਂ ਸੰਸਾਰ ਨਹੀਂ ਭੋਗ ਲੈਂਦੇ, ਅਸੀਂ ਪਰਮਾਤਮਾ ਨੂੰ ਕੀ ਭੋਗਾਂਗੇ? ਉਹ ਤਾਂ ਅਨਡਿਟ ਚੀਜ਼ ਹੈਗੀ ਆ। ਪਹਿਲਾਂ ਤਾਂ ਅਸੀਂ ਆਪਣੀ ਪਦਾਰਥਤਾ ਭੋਗੀਏ। ਸੋ ਉਹ ਜਿਹੜਾ ਸਾਰੇ ਦਾ ਸਾਰਾ ਫਿਨੋਮੀਨਾ ਹੈ, ਜਿਹਦੇ ਵਿੱਚ ਨਾਨਕ ਦੀ ਮੈਂ ਅੱਗੇ ਵਿਆਖਿਆ ਦਾ ਜ਼ਿਕਰ ਕੀਤਾ, ਡੈਫੀਨੇਸ਼ਨ ਹੁੰਦੀ ਹੈਗੀ ਇਟਰਨਲ ਫੋਰਸ ਦੀ। ਇਟਰਨਲ ਫੋਰਸ ਮੀਨਸ ਸਨਾਤਨ। ਉਹ ਸਨਾਤਨ ਫੋਰਸ ਵਿੱਚੋਂ ਜੋ ਕੁਛ ਨਿਕਲਦਾ ਉਹ ਸਦੀਵੀ ਹੈ, ਉਹ ਸਨਾਤਨ ਧਰਮ ਹੈ। ਇਹ ਡਾਕਟਰ ਸਾਹਿਬ ਜੇ ਉਸ ਵੇਲੇ ਤਾਈਂ ਤੁਸੀਂ ਜਿਹੜੇ ਲੋਕੀ ਪਹੁੰਚੇ ਸੀ ਉਸ ਲੈਵਲ ਤੱਕ, ਫਿਰ ਡਿਟੀਰੀਓਰੇਸ਼ਨ ਕਿਉਂ ਹੋਈ? ਦੇਖੋ ਉਹੀ ਮੈਂ ਪਹੁੰਚਦਾ ਤੁਹਾਨੂੰ ਉਸ ਪਾਸੇ ਆਉਣਾ ਆ। ਹਾਂਜੀ, ਗੱਲਬਾਤ ਇਹ ਹੁੰਦੀ ਹੈਗੀ ਆ ਕਿ ਤੁਸੀਂ ਇੱਕ ਚੀਜ਼ ਨੋਟ ਕਰੋ। ਹਾਂਜੀ, ਕਿ ਜੇ ਅਸੀਂ ਪਦਾਰਥ ਤੋਂ ਉੱਠ ਕੇ ਪੀਕ ਆਫ ਕੌਨਸ਼ੀਅਸ ਟੱਚ ਕੀਤੀ ਆ, ਹਾਂਜੀ, ਤਾਂ ਉਸ ਪੀਸ ਆਫ ਕੌਨਸ਼ੀਅਸਨੈਸ ਨੂੰ ਟੱਚ ਕਰਨ ਦੇ ਵਿੱਚ ਕਿੰਨੇ ਲੱਖ ਲੋਕ ਹੋਣਗੇ। ਹਾਂਜੀ, ਸਮਾਜ ਹੀ ਇਹੋ ਜਿਹਾ ਸੀ ਜਿਹਨੂੰ ਅਸੀਂ ਸੱਚੋ ਕਹਿੰਦੇ ਆ, ਬਾਅਦ ਚੋਂ ਚਲੋ ਤ੍ਰੇਤਾ ਕਹਿੰਦੇ ਆ ਜਾਂ ਦੁਆਪਰ ਕਹਿੰਦੇ ਆ, ਜੋ ਕੁਝ ਹੈ ਕਿ ਉਹ ਸਮਾਜ ਹੀ ਇਹੋ ਜਿਹਾ ਸੀਗਾ ਕਿ ਲੋਕੀ ਉਸ ਕੌਨਸ਼ੀਅਸਨੈਸ ਨੂੰ ਤੱਕ ਪਹੁੰਚੇ ਹੋਏ ਸੀਗੇ। ਪਹੁੰਚੇ ਸੀ, ਬਿਲਕੁਲ ਠੀਕ ਹੈ। ਇਤਨਾ ਸਾਡਾ ਇਹ ਵਿਕਸਿਤ ਸਾਡੀ ਵਿਰਾਸਤ ਸੀ, ਤੇ ਸਾਨੂੰ ਸਿਰਫ ਪੜ੍ਹਾਈ ਜਾਂਦੀ 400 ਸਾਲ ਤੱਕ, 4000 ਸਾਲ ਪੁਰਾਣੀ ਵੈਸਟਰਨ ਵਿਰਾਸਤ। ਤੁਹਾਡਾ ਜਿਹੜਾ ਸਵਾਲ ਹੈ ਕਿ ਡਿਟੀਰੀਓਰੇਸ਼ਨ ਕਿਉਂ ਹੈ, ਭਾਰਤ ਨੇ ਆਪਣਾ ਇੱਕ ਚੱਕਰ ਬਣਾਇਆ, ਵੀਲ ਦਾ ਸਿੰਬਲ ਹੈ ਵੀਲ। ਹਾਂਜੀ, ਉਸ ਵੀਲ ਦਾ ਅਰਥ ਹੈ ਸੰਸਾਰ। ਉਸ ਵੀਲ ਦੇ ਉੱਪਰ ਕਦੇ ਕੋਈ ਟੌਪ ਤੇ ਆ ਤੇ ਕਦੇ ਕੋਈ ਟੌਪ ਤੇ ਆ, ਚੱਲਦਾ ਰਹਿੰਦਾ ਵੀਲ ਘੁੰਮਦਾ ਰਹਿੰਦਾ। ਦੋ ਸ਼ਕਤੀਆਂ ਨੇ, ਦੈਵੀ ਸ਼ਕਤੀ ਤੇ ਅਸੁਰੀ ਸ਼ਕਤੀ।
ਦੋਵਾਂ ਦਾ ਆਪਸੀ ਦਵੰਦ ਦੇ ਵਿੱਚ ਨਿਕਲੀ ਹੋਈ ਸਟਰਗਲ ਇਜ਼ ਦਾ ਬੇਸਿਸ ਆਫ ਦਾ ਕ੍ਰੀਏਸ਼ਨ, ਬੇਸਿਸ ਆਫ ਦਾ ਐਵੋਲੂਸ਼ਨ। ਲੇਕਿਨ ਇਹ ਚੱਕਰ ਚੱਲਦਾ ਰਹਿੰਦਾ। ਜੇ ਇੱਕ ਵਾਰੀ ਦੈਵੀ ਸ਼ਕਤੀਆਂ ਜਿਨ੍ਹਾਂ ਦੇ ਨਾਲ ਵਿਕਾਸ ਹੁੰਦਾ ਹੈਗਾ ਉਹ ਪੀਕਤੇ ਨੇ, ਉਸ ਤੋਂ ਬਾਅਦ ਇਹ ਕੁਦਰਤ ਦਾ ਇੱਕ ਨਿਯਮ ਹੈ, ਇਸ ਕੌਨਸ਼ੀਅਸਨੈਸ ਦਾ ਹੁਕਮ ਹੈ ਕਿ ਉਹਨੇ ਫਿਰ ਥੱਲੇ ਨੂੰ ਆਉਣਾ ਸ਼ੁਰੂ ਹੋ ਜਾਣਾ ਤੇ ਆਸੁਰੀ ਸ਼ਕਤੀ ਉੱਪਰ ਆ ਜਾਏਗੀ। ਆਸੁਰੀ ਸ਼ਕਤੀ ਰਾਵਣ ਹੈ ਜਾਂ ਸਾਸਰ ਅਰਜਨ ਹੈ ਜਾਂ ਹਿਰਣਿਕਸ਼ਪ ਹੈ, ਜਿਤਨੇ ਵੀ ਅਸੀਂ ਹੋ ਸਾਨੂੰ ਮਿਲਦੇ ਨੇ ਅਸੁਰ ਸ਼ਕਤੀ ਦੇ ਰਾਜੇ, ਉਹ ਪੜ੍ਹਨ ਵਾਲੇ ਨੇ। ਉਹਨਾਂ ਨੇ ਇੰਨੀ ਸ਼ਕਤੀ ਕਿੱਦਾਂ ਪ੍ਰਾਪਤ ਕੀਤੀ? ਉਹਨਾਂ ਨੂੰ ਸ਼ਕਤੀ ਇਸ ਕੌਨਸ਼ੀਅਸਨੈਸ ਨੇ ਦਿੱਤੀ ਸੀਗੀ ਤੇ ਬਾਹਰੋਂ ਨਹੀਂ ਸੀ ਆਈ। ਸੋ ਇਸ ਲਈ ਇਹ ਜਿਹੜੀ ਸਾਰੀ ਦੀ ਸਾਰੀ ਫਿਨੋਮਨਾ ਸੀਗਾ, ਉਹਦੀ ਬੇਸ ਇਹ એનર્ਜੀ ਸੀ, ਕੌਨਸ਼ੀਅਸਨੈਸ ਸੀ। ਇਹਦੀ ਜਿਨ੍ਹਾਂ ਲੋਕਾਂ ਨੇ ਇਸ ਧਰਤੀ ਦੇ ਉੱਪਰ ਰੀਅਲਾਈਜੇਸ਼ਨ ਕੀਤੀ, ਇਸ ਕੌਨਸ਼ੀਅਸਨੈਸ ਦਾ ਅਨੁਭਵ ਕੀਤਾ, ਜਿਹੜੇ ਵੀ ਮਹਾਂਪੁਰਸ਼ ਕੌਨਸ਼ੀਅਸਲੀ ਇਵੋਲਵ ਹੋਏ, ਉਹਨਾਂ ਨੂੰ ਅਸੀਂ ਬੁੱਧ ਪੁਰਸ਼ ਵੀ ਕਹਿੰਦੇ ਆ, ਉਹਨਾਂ ਨੂੰ ਅਸੀਂ ਮਨੀਸ਼ੀ ਵੀ ਕਹਿੰਦੇ ਆ, ਉਹਨਾਂ ਨੂੰ ਅਸੀਂ ਭਗਵਾਨ ਵੀ ਕਹਿੰਦੇ ਆ। ਸਮਝ ਮੇਰੀ ਗੱਲ? ਐਂਡ ਉਹ ਲੋਕ ਇੱਕ ਨਹੀਂ, ਦੋ ਨਹੀਂ, ਲੱਖਾਂ ਦੀ ਗਿਣਤੀ ਵਿੱਚ ਸੀਗੇ। ਇਹਨਾਂ ਲੋਕਾਂ ਨੇ ਜਦੋਂ ਆਪਣੀ ਬਾਣੀ ਉਚਰੀ, ਵੇਦ ਰਚੇ ਗਏ। ਤੁਸੀਂ ਕਹਿ ਥੋੜੀ ਸਕਦੇ ਕਿਸੇ ਇੱਕ ਬੰਦੇ ਨੇ ਵੇਦ ਰਚੇ, ਉਪਨਿਸ਼ਦ ਰਚੇ ਗਏ, ਕਿਸੇ ਇੱਕ ਬੰਦੇ ਨੇ ਥੋੜੀ ਰਚੇ ਹੈਗੇ ਨੇ। ਹਾਂਜੀ ਹਾਂਜੀ। ਸਾਡੇ ਇਹ ਜੋ ਵੀ ਤੁਸੀਂ, ਮੈਂ ਹੁਣ ਉਸ ਅਸਲੀ ਸਵਾਲ ਤੇ ਆਵਾਂਗਾ ਕਿ ਜਿਹੜੇ ਵਰਲਡ ਦੇ ਟੋਟਲ ਕਿਊਮੂਲਲ ਸੈਕਟਸ ਨੇ, ਜਿਹੜੇ ਮੈਂ 5 ਪਿਛਲੀ ਵਾਰ ਕਹਿਣੇ ਸੀਗੇ, ਹਾਂਜੀ ਹਾਂਜੀ, ਉਹਨਾਂ ਨੂੰ ਇੱਕ ਪਾਸੇ ਰੱਖ ਦਿਓ। ਕਿਉਂ ਇੱਕ ਪਾਸੇ ਰੱਖ ਕੇ? ਉਹਨਾਂ ਪਾਸ ਇੱਕ ਪ੍ਰੋਫਿਟ ਹੈ, ਇੱਕ ਗੁਰੂ ਹੈ, ਇੱਕ ਰਸਤਾ ਹੈ। ਉਹ ਇੱਕ ਸਾਈਕੋਲੋਜੀਕਲ ਟਾਈਪ ਦਾ ਇਲਾਜ ਕਰਦੇ ਆ ਤੇ ਉਹਨਾਂ ਦੇ ਉੱਪਰ ਇਸ ਵੇਲੇ ਆਪਸ ਵਿੱਚ ਉਹ ਗੁਰੂਆਂ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ। ਪਿਛਲੀ ਵਾਰੀ ਮੈਂ ਜ਼ਿਕਰ ਕੀਤਾ ਸੀਗਾ ਕਿ ਉਹ ਆਪਣੀ ਇੱਕ ਜਿਹੜੀ ਰਿਚੁਅਲਸ ਬਣ ਗਈ, ਉਹਦੀ ਇੱਕ ਪੋਲਿਟਿਕਸ ਵਿੱਚੋਂ ਚੱਲ ਪਿਆ। ਲੇਕਿਨ ਜਿਹੜਾ ਇਹ ਸਨਾਤਨ ਹੈ, ਸਨਾਤਨ ਵਿੱਚ ਲੱਖਾਂ ਹੀ ਗੁਰੂ ਨੇ, ਲੱਖਾਂ ਗੁਰੂ, ਲੱਖਾਂ ਹੀ ਉਹਨਾਂ ਦੇ ਤਰੀਕੇ ਹੈਗੇ ਆ। ਐਂਡ ਉਹਦੇ ਤਹਿਤ ਅਸੀਂ ਕਿਸੇ ਇੱਕ ਵੀ, ਬੜਾ ਵੱਡਾ ਸਵਾਲ ਸੀਗਾ ਕਿ ਤ੍ਰੇਤਾ ਯੁੱਗ ਦੇ ਵਿੱਚ ਆ ਕੇ ਭਗਵਾਨ ਵਾਲਮੀਕ ਰਮਾਇਣ ਦੀ ਰਚਨਾ ਕਰਦੇ ਆ। ਹੁਣ ਜੇ ਅਸੀਂ ਬਣਾਈਏ ਜਿਵੇਂ ਕਿ ਹੁਣ ਕ੍ਰਿਸਚੈਨਿਟੀ ਜਿਸ ਦੇ ਨਾਲ ਖੜੀ, ਜਿਸ ਕਰਕੇ ਬਣੀ, ਇਸਲਾਮ ਹਜ਼ਰਤ ਮੁਹੰਮਦ ਸਾਹਿਬ ਕਰਕੇ ਬਣਿਆ, ਸਿੱਖਿਜ਼ਮ ਨਾਨਕ ਕਰਕੇ ਬਣਿਆ, ਜਾਂ ਮਾਤਾ ਬੁੱਧ ਕਰਕੇ, ਜਾਂ ਮਹਾਂਵੀਰ ਕਰਕੇ ਜੈਨ ਬਣਿਆ। ਇਸ ਤਰੀਕੇ ਨਾਲ ਹੀ ਹਿੰਦੂਇਜ਼ਮ ਦਾ ਵੀ ਗੁਰੂ ਭਗਵਾਨ ਵਾਲਮੀਕ ਚਾਹੀਦਾ, ਪਰ ਨਹੀਂ, ਸਾਡੀ ਇਹ ਪਰੰਪਰਾ ਨਹੀਂ ਹੈ। ਸਾਡੇ ਇਤਨੇ ਹੁਣ ਵਿਆਸ ਹੈ, ਮਹਾਂਭਾਰਤ ਦੇ ਰਚਨਹਾਰਾ, ਗੀਤਾ ਨੂੰ ਰਚਣ ਵਾਲੇ ਵਿਆਸ ਨੇ। ਕਿੰਨੇ ਵਿਆਸ ਨੇ? ਇੱਕ ਨਹੀਂ ਵਿਆਸ, ਬੈਟਰੀ ਆਫ ਐਨਲਾਈਟਨਡ ਪੀਪਲ। ਸੋ ਉਹਨਾਂ ਸਾਰਿਆਂ ਦਾ ਜੋ ਇਹ ਹੈਰੀਟੇਜ ਰਚਿਆ ਹੋਇਆ, ਇਹ ਸਾਡੀ ਵਿਰਾਸਤ ਹੈ। ਮੈਂ ਫਿਰ ਰਿਪੀਟ ਕਰਾਂਗਾ ਕਿ ਵਿੱਚ ਅਸੁਰ ਐਂਡ ਸੁਰ, ਇਹ ਨਹੀਂ ਕਿਹਾ ਕਿ ਉਦੋਂ ਅਸੁਰ ਨਹੀਂ ਸੀਗੇ, ਉੱਦਾਂ ਦੇ ਪਾਵਰਫੁਲ ਅਸੁਰ ਸੀਗੇ। ਦਾਨਵ ਨੈਗੇਟਿਵ ਫੋਰਸ ਬਰਾਬਰ ਦੀ ਪਾਵਰਫੁਲ ਸੀ, ਬਰਾਬਰ ਦੀ ਰਾਜ ਕਰਦੀ ਰਹੀ ਆ, ਬਰਾਬਰ ਦੀ ਟੱਕਰ ਲੈਂਦੀ ਰਹੀ ਹੈਗੀ ਆ। ਇਹ ਨਹੀਂ ਕਿ ਅੱਜ ਹੀ ਇਹ ਕਾਹਨੂੰ ਉਸ ਪਾਸੇ ਜਾਣਾ, ਕੋਈ ਟੱਕਰ ਦੇ ਰਹੇ ਨੇ, ਨਹੀਂ। ਸੋ ਭਾਰਤ ਜੋ ਹੈ ਇਹ ਇੱਕ ਇਹੋ ਜਿਹਾ ਯੂਨੀਕ ਪਲੇਸ ਹੈ ਜਿਹਦੀ ਵਸੋਂ ਦੇ ਵਿੱਚ ਉਹ 5000 ਸਾਲ ਪੁਰਾਣੇ ਸੰਸਕਾਰ ਪਏ ਨੇ। ਇੱਕ ਡਾਕਟਰ ਸਾਹਿਬ ਹੋਰ ਮੈਂ ਪੁੱਛਣੀ ਚਾਹੁੰਦਾ, ਜਿਹੜੀ ਖਾਸ ਤੌਰ 'ਤੇ ਸਾਡੀ ਮਾਡਰਨ ਜਨਰੇਸ਼ਨ ਆ, ਉਹ ਸਾਡਾ ਐਡਾ ਵੱਡਾ ਜਿਹੜਾ ਹੈਗਾ ਅੱਛਾ ਸੱਭਿਆਚਾਰ ਹੈਗਾ, ਉਹਦੇ ਬਾਰੇ ਉਹਨਾਂ ਨੂੰ ਨੌਲੇਜ ਨਹੀਂ ਰਹੀ ਹੈਗੀ। ਈਵਨ ਉਹਨਾਂ ਦੇ ਪੇਰੈਂਟਸ ਨੂੰ ਨੌਲੇਜ ਨਹੀਂ ਰਹੀ। ਇਹ ਰਿਵਾਈਵ ਕਿਵੇਂ ਹੋਵੇ? ਦੇਖੋ, ਮੈਂ ਫਿਰ ਰਿਪੀਟ ਕਰਾਂਗਾ, ਕਲਚਰਲ ਕੰਡੀਸ਼ਨਿੰਗ। ਹਾਂਜੀ, ਪਿਛਲੇ 200 ਸਾਲ ਦੇ ਵਿੱਚ ਜਦੋਂ ਦੇ ਯੂਰਪੀਅਨ ਐਂਡ ਬ੍ਰਿਟਿਸ਼ਰਸ ਆਏ ਨੇ, ਹਾਂਜੀ, ਇਹਨਾਂ ਨੇ 200 ਸਾਲ 'ਚ ਇੱਦਾਂ ਦੀ ਵਾਹਿਯਾਤ ਕਲਚਰਲ ਕੰਡੀਸ਼ਨ ਕੀਤੀ ਇਸ ਦੇਸ਼ ਦੀ। ਉਹਨਾਂ ਦਾ ਨੁਕਸਾਨ ਸਾਨੂੰ ਇਸਲਾਮ ਤੋਂ ਨਹੀਂ ਹੋਇਆ, ਇਸਲਾਮ ਤੋਂ ਤਾਂ ਅਸੀਂ ਬਹੁਤ ਕੁਛ ਲੈ ਲਿਆ। ਸਾਨੂੰ ਉਹਨਾਂ ਨੇ, ਇਸਲਾਮ ਨੇ ਆ ਕੇ ਇੱਥੇ ਅਬਦੁਲ ਰਹੀਮ ਖਾਨ ਖਾਨਾ, ਹਾਂਜੀ, ਰਮਾਇਣ ਰਚ ਰਹੇ ਨੇ। ਹਾਂਜੀ, ਹੋਰ ਵੀ ਆ ਕੇ ਗੀਤਾ ਲਿਖੀ ਜਾ ਰਹੀ ਹੈਗੀ ਆ। ਹਾਂਜੀ, ਆਪਣਾ ਉਹਦਾ ਔਰੰਗਜ਼ੇਬ ਦਾ ਕਿਹੜਾ ਭਰਾ ਸੀਗਾ, ਦਾਰਾਸ਼ਕੋ,
ਦਾਰਾ ਸ਼ਕੋਹ ਵਾਜ਼ ਅ ਸਕਾਲਰ ਆਫ ਵੇਦਸ ਐਂਡ ਦਿਸ ਉਪਨਿਸ਼ਦਸ। ਉਹਦੀਆਂ ਕਦੇ ਦਾਰਾ ਸ਼ਕੋਹ ਦੀਆਂ ਲਿਖੀਆਂ ਹੋਈਆਂ ਜਿਹੜੀਆਂ ਕਿਤਾਬਾਂ ਨੇ, ਉਹ ਬੰਦਾ ਕਹਿੰਦਾ ਕਿ ਹੈ ਇਹ ਤਾਂ ਸਾਡਾ ਆ। ਸਾਡਾ ਕੋਈ ਜਿਹੜੇ ਇਸਲਾਮ ਦੇ ਵਿੱਚ ਇਸ ਚੀਜ਼ ਨੂੰ ਮੰਨਦੇ ਨੇ ਕਿ ਉਹਨਾਂ ਦਾ ਸਾਡਾ ਕਿਸੇ ਪ੍ਰਕਾਰ ਦਾ ਵਿਰੋਧ ਨਹੀਂ ਹੈ, ਉਹ ਇਸ ਨੂੰ ਰੀਅਲਾਈਜ਼ ਕਰਦੇ ਨੇ ਕਿ ਸਾਡੀਆਂ ਜੜ੍ਹਾਂ, ਸਾਡੀਆਂ ਰੂਟਸ ਇਸ ਧਰਤੀ ਵਿੱਚ ਨੇ। ਮੈਂ ਤਾਂ ਇਸ ਤੱਕ ਵੀ ਕਹਿਣਾ ਹੈਗਾ ਆ ਕਿ ਸਾਨੂੰ ਇੰਡਸ ਵੈਲੀ ਤੋਂ ਪਰੇ ਕਰਤਾ ਤੇ ਇੰਡਸ ਵੈਲੀ ਸਾਤੋਂ ਖੋਲ੍ਹੀ। ਸਮਾਂ ਆਏਗਾ ਇਹੀ ਲੋਕ ਜਿਹੜੇ ਇਸ ਵੇਲੇ ਸਾਡਾ ਇਹ ਅਸੀਂ ਜਿੱਥੋਂ ਮੈਂ ਉੱਜੜ ਕੇ ਆਇਆ, ਇਹਨੂੰ ਪਾਕਿਸਤਾਨ ਕਹਿੰਦੇ ਨੇ, ਮੇਰੀ ਜ਼ਿੰਦਗੀ ਦਾ ਨਾਸੂਰ ਅਜੇ ਵੀ ਮੇਰੇ ਕੋਲ ਨਹੀਂ ਚੱਲ ਹੁੰਦਾ। ਉਹ ਧਰਤੀ ਸਾਡੀ ਆ, ਸਾਡੇ ਭਾਰਤ ਦੀ ਇਹ ਹਿੱਸਾ। ਉਹ ਅਲਟੀਮੇਟਲੀ ਅੱਜ ਨਹੀਂ ਕੱਲ ਇਹੀ ਲੋਕ ਖੁਦ ਕਹਿਣਗੇ ਕਿ ਵੀ ਭਾਰਤ ਸਾਡੀ ਮਾਂ ਹੈ, ਸਾਨੂੰ ਵਿੱਚ ਆਪਣੇ ਐਕਸੈਪਟ ਕਰੋ, ਇਹ ਹੈ ਭਾਰਤ। ਲੇਕਿਨ ਜਿਹੜੇ ਸਾਡੇ ਉਹ ਸੰਸਕਾਰ ਨੇ, ਤੁਸੀਂ ਹੁਣ ਗੱਲਬਾਤ ਕੀਤੀ ਹੈਗੀ ਆ, ਪਿਛਲੇ 200 ਸਾਲ ਦੇ ਵਿੱਚ ਇਸ ਪ੍ਰਕਾਰ ਦਾ ਐਜੂਕੇਸ਼ਨ ਸਿਸਟਮ, ਇਸ ਪ੍ਰਕਾਰ ਦਾ ਹਰ ਪ੍ਰਕਾਰ ਦੀ ਕਲਚਰਲ ਢਾਲਣਾ ਕੀਤੀ ਗਈ ਕਿ ਸਾਨੂੰ ਇਹਦੇ ਨੇੜੇ ਦਾ ਕੀ ਆਉਣ ਦੇਣਾ, ਇਹਦੇ ਖਿਲਾਫ ਨਫ਼ਰਤ ਭਰ ਦਿੱਤੀ ਗਈ। ਔਰ ਇੰਨੀ ਨਫ਼ਰਤ ਭਰ ਦਿੱਤੀ, ਜਦੋਂ ਕਿ ਬਾਬਾ ਬੁਲਕੇ ਵਰਗੇ ਜਾਂ ਹੋਰ ਇਹੋ ਜਿਹੇ ਬਾਹਰੋਂ ਆਏ ਹੈਗੇ ਆ, ਉਹਨਾਂ ਨੂੰ ਪੜ੍ਹੀਦਾ ਤੇ ਫਿਰ ਆਪਣੇ ਆਪ ਉੱਪਰ ਆਉਂਦੀ ਆ ਯਾਰ ਕਿ ਆਪਣੀ ਵਿਰਾਸਤ ਨੂੰ ਅਸੀਂ ਬਾਹਰਲੇ ਲੋਕਾਂ ਤੋਂ ਦਿੱਤੀ ਹੋਈ ਵਿੱਦਿਆ ਤੋਂ ਪੜ੍ਹ ਰਹੇ ਹਾਂ। ਸਾਨੂੰ ਕਿਉਂ ਨਹੀਂ ਸੰਸਕ੍ਰਿਤ ਪੜ੍ਹਾਈ ਗਈ? ਸਾਨੂੰ ਕਿਉਂ ਨਹੀਂ ਸਾਰੇ, ਮੈਂ ਕਿਸੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਸਾਡੀ ਸਭ ਤੋਂ ਵੱਡੀ ਦੇਣ ਹੈ ਜ਼ੀਰੋ ਨਾ ਨਿਕਲਦੀ ਦਾ ਕੋਈ ਮੈਥੇਮੈਟਿਕਸ, ਕੋਈ ਅਰਥਮੈਟਿਕ ਜਾਂ ਕੋਈ ਚੀਜ਼ ਦਾ ਵਿਕਾਸ ਹੀ ਨਹੀਂ ਸੀਗਾ। ਹਰ ਚੀਜ਼ ਦਾ ਐਵੋਲੂਸ਼ਨ ਦਾ ਬੁਨਿਆਦ ਹੈ ਜ਼ੀਰੋ। ਉਹ ਪੂਰਬ ਪੱਛਮ ਪਿਕਚਰ 'ਚ ਗਾਣਾ ਗਾਉਂਦਾ ਨਾ, ਹਾਂਜੀ, ਉਹ ਯਾਦ ਆ ਜਾਂਦਾ ਹੈਗਾ ਆ। ਅਸੀਂ ਬੜੇ ਇੱਕ ਇਹੋ ਜਿਹੀ ਬਿਊਟੀਫੁਲ ਧਰਤੀ ਦੇ ਵਾਸੀ ਹਾਂ। ਕੱਲ ਮੈਂ ਗਾਣਾ ਸੁਣਾ, ਮਧੂਬਨ ਮੇ ਰਾਧਿਕਾ ਨਾਚੇ ਰੇ, ਗਿਰਧਰ ਕੀ ਮੁਰਲੀਆ ਬਾਜੇ ਰੇ। ਇਹ ਇੱਥੋਂ ਦੇ ਮਧੂਬਨ ਵਿੱਚ ਰਾਧਾ ਇਹ ਹਿੰਦੁਸਤਾਨ ਦੀ ਧਰਤੀ ਤੇ ਨੱਚ ਸਕਦੀ ਆ। ਗਿਰਧਰ ਦੀ ਮੁਰਲੀਆ, ਗਿਰਧਰ ਭਗਵਾਨ ਸ਼੍ਰੀ ਕ੍ਰਿਸ਼ਨ ਸਧਾਰਨ ਵਿਅਕਤੀ ਦੇ ਤੌਰ ਦੇ ਉੱਪਰ ਮੁਰਲੀ ਵਜਾ ਰਹੇ ਨੇ। ਇਹ ਭਾਰਤ ਦੀ ਧਰਤੀ ਦੇ ਉੱਪਰ ਹੀ ਇਹ ਚੀਜ਼ਾਂ ਹੋ ਸਕਦੀਆਂ ਹੈਗੀਆਂ। ਸੋ ਇਹਨਾਂ ਸਭ ਲੋਕਾਂ ਨੇ ਵੈਸਟਰਨ ਕਲਚਰ ਨੇ, ਵੈਸਟਰਨ ਸਾਇੰਸ ਟੈਕਨੋਲੋਜੀ ਨੇ, ਵੈਸਟਰਨ ਸਾਈਕੋਲੋਜੀ ਨੇ, ਵੈਸਟਰਨ ਲਿਟਰੇਚਰ ਨੇ ਐਂਡ ਵੱਲ 19ਵੀਂ ਸਦੀ ਵਿੱਚ ਮਾਰਕਸਿਜ਼ਮ ਨੇ ਐਂਡ ਕਮਿਊਨਿਜ਼ਮ ਨੇ, ਰਸ਼ੀਅਨ ਰੈਵੋਲੂਸ਼ਨ ਨੇ, ਚਾਈਨੀਜ਼ ਰੈਵੋਲੂਸ਼ਨ ਨੇ ਸਾਡਾ ਇੰਨਾ ਨੁਕਸਾਨ ਕੀਤਾ, ਸਾਡੀਆਂ ਜੜ੍ਹਾਂ ਵੱਢ ਦਿੱਤੀਆਂ। ਪਰ ਨਹੀਂ, ਕਾਂਸ਼ੀਅਸਨੈਸ ਤਾਂ ਰਹਿਣੀ ਹੈ। ਮੈਂ ਤਾਂ ਬਾਰ-ਬਾਰ ਕਹਿੰਦਾ ਹੁੰਦਾ ਕਿ ਜੇ ਮੇਰੇ ਵਰਗੇ ਪੇਂਡੂ ਵਿਅਕਤੀ ਨੂੰ ਇਸ ਕਾਂਸ਼ੀਅਸਨੈਸ ਦੀ ਸਮਝ ਆ ਸਕਦੀ ਇਸ ਭਾਰਤੀ ਦਰਸ਼ਨ ਤੋਂ, ਤਾਂ ਦੁਨੀਆ ਦੇ ਕਿਸੇ ਹਿੱਸੇ ਤੇ ਵੀ ਜੋ ਜਿੱਥੇ ਕਿਤੇ ਵੀ ਥੋੜ੍ਹਾ ਬਹੁਤਾ ਵੀ ਇੰਟੈਲੈਕਚੁਅਲ ਐਂਡ ਵਿਵੇਕ ਹੈ, ਉਹ ਇਸ ਨੂੰ ਲੱਭ ਲਏਗਾ। ਬਹੁਤ ਅੱਛੀ ਗੱਲ, ਬਹੁਤ ਅੱਛੀ ਗੱਲ, ਬਹੁਤ ਵਧੀਆ। 1 ਮਿੰਟ ਜੇ ਡਾਕਟਰ ਸਾਹਿਬ ਸਾਰਾ ਸਮ ਅਪ ਕਰ ਦਿਓ, ਮਤਲਬ 1 ਮਿੰਟ ਸਾਡੇ ਕੋਲ ਰਹਿ ਗਿਆ। ਬਸ ਠੀਕ ਹੈ ਜੀ। ਮੈਂ ਤਾਂ ਇਹੀ ਕਹਾਂਗਾ ਕਿ ਕੁਝ ਲੋਕ ਇਸ ਦੀ ਵਿਰੋਧਤਾ ਕਰਦੇ ਨੇ, ਹਾਂਜੀ, ਕੁਝ ਲੋਕ ਇਹਨੂੰ ਸਮਝਦੇ ਹੋਏ ਵੀ ਕਿ ਇਹਦੀ ਸੰਭਾਲ, ਹੁਣ ਤੁਸੀਂ ਰਾਮ ਮੰਦਰ ਦਾ ਮਸਲਾ ਲੈ ਲਓ, ਜਿਨ੍ਹਾਂ ਲੋਕਾਂ ਦੀ ਇਤਨੀ ਬੁੱਧੀ ਦਾ ਵਿਕਾਸ ਨਹੀਂ ਹੈ। ਸਾਡੇ ਇੱਕ ਪਰੰਪਰਾ ਹੈ, ਰਾਜ ਤੁਰੇ ਜਾਂਦੇ ਹੀ ਬੋਲਦੇ ਹੈਗੇ ਆ ਜੈ ਰਾਮ ਜੀ ਕੀ, ਕੋਈ ਜਾਣਦਾ ਚਾਹੇ ਨਹੀਂ ਜਾਣਦਾ, ਕਿ ਰਾਮ ਜੀ ਕੀ ਜੈ ਕਰਨ ਦੇ ਨਾਲ ਹੀ ਸਾਨੂੰ ਰਾਹਤ ਮਿਲਦੀ ਆ। ਸੋ ਜਿਨ੍ਹਾਂ ਲੋਕਾਂ ਨੂੰ ਮੈਂ ਮੰਨਦਾ ਹਾਂ ਕਿ ਮਨ ਦੀ ਸਮਝ ਨਹੀਂ, ਸਰੀਰ ਦੀ ਸਮਝ ਨਹੀਂ, ਕਾਂਸ਼ੀਅਸ ਦੀ ਸਮਝ ਨਹੀਂ, ਲੇਕਿਨ ਇੱਕ ਉਹਨਾਂ ਦੀ ਇਸ਼ਟ ਬਣ ਜਾਂਦਾ ਹੈਗਾ ਕਿ ਅਸੀਂ ਰਾਮ ਹੀ ਤੇਰੇ ਸਾਰੇ ਕੰਮ ਸਵਾਰੇਗਾ। ਅਤੇ ਉਹਨਾਂ ਵਾਸਤੇ ਅਗਰ ਦੇਖੋ ਕਿੱਡਾ ਵੱਡਾ ਤੁਸੀਂ ਹਾਈਟੇ ਦੀ ਗੱਲ ਕਰਦੇ ਹੋ, ਕਿੰਨੀ ਵੱਡੀ ਟ੍ਰੈਜਡੀ ਮੈਂ ਮਹਿਸੂਸ ਕਰਦਾ ਹਾਂ ਕਿ 70 ਸਾਲ ਹੋ ਗਏ ਸਾਨੂੰ ਅੰਗਰੇਜ਼ਾਂ ਨੂੰ ਇੱਥੋਂ ਗਿਆ ਨੂੰ, ਤੇ ਰਾਮ ਦਾ ਮੰਦਰ ਨਹੀਂ ਸੀ ਬਣਾ ਸਕੇ। ਇਤਨੇ ਅਸੀਂ ਭੋਲੇ ਭਾਲੇ ਬੀਬੇ ਤੇ ਸਿੱਧੇ ਸਾਧੇ ਲੋਕ ਆ। ਹਾਂਜੀ, ਜੇ ਹੁਣ ਕੋਈ ਵਿਅਕਤੀ ਆਇਆ ਜਾਂ ਕੋਈ ਪਾਰਟੀ ਆ ਕੇ ਉਹਨੂੰ ਬਣਾ ਰਹੀ ਹੈਗੀ ਆ, ਉਹਦੇ ਖਿਲਾਫ ਕਰਨਾ ਬਾਪ ਵੇਲਾ। ਇਹ ਚੀਜ਼ਾਂ ਕੋਈ ਭਾਰਤ ਸਾਹਿਬ ਵਿਚਾਰਨ ਵਾਲੀਆਂ ਨੇ। ਮੈਨੂੰ ਤਾਂ ਆਪਣੇ ਆਪ ਤੇ ਸ਼ਰਮ ਆਉਂਦੀ ਹੈਗੀ ਆ ਕਿ ਅਸੀਂ ਹਿੰਦੁਸਤਾਨੀ 1556-57 ਤੋਂ ਬਾਅਦ ਜਿਹੜੀ ਅਯੋਧਿਆ 'ਚ ਮੰਦਰ ਢਾਹਤਾ ਸੀਗਾ, ਮਸਜਿਦ ਬਣਾ ਦਿੱਤੀ ਸੀ, ਉਹਨੂੰ ਅਸੀਂ ਹਿੰਮਤ ਹੀ ਨਹੀਂ ਕੀਤੀ ਕਿ ਇੱਟਾਂ ਲੈ ਕੇ ਉਹ ਅਸੀਂ ਉੱਥੇ ਮੰਦਰ ਦੀ ਉਸਾਰੀ ਕਰ ਲਈ ਹੈ।
ਰਾਦਰ ਸਾਡੇ ਆਪਣੇ ਹੀ ਦੇਸ਼ ਦੇ ਲੋਕ, ਮੁਸਲਮਾਨਾਂ ਕੇ ਪਾਸੇ ਰੱਖੋ, ਸਾਡੇ ਆਪਣੇ ਹੀ ਦੇਸ਼ ਦੇ ਲੋਕ ਉਹਦੇ ਹੱਕ 'ਚ ਨਹੀਂ ਸੀ ਕਿ ਮੰਦਰ ਦੀ ਸਾਰੀ ਹੋਵੇ। ਲੱਖ ਲੈਣ ਤੇ ਨਹੀਂ ਇਹੋ ਜਿਹੇ ਲੋਕਾਂ ਦੇ। ਇਹਨਾਂ ਲੋਕਾਂ ਨੇ ਕੀ ਸਮਝਣਾ ਕਿ ਕੌਨਸ਼ੀਅਸ ਐਵੋਲੂਸ਼ਨ ਕੀ ਹੁੰਦੀ ਹੈਗੀ ਆ, ਬਹੁਤ ਵਧੀਆ ਐਕਸਪੀਰੀਅੰਸ ਆਫ ਕੌਨਸ਼ੀਅਸਨੈਸ ਕੀ ਹੁੰਦਾ ਹੈਗਾ। ਇਹਨਾਂ ਲੋਕਾਂ ਉੱਪਰ ਤੁਸੀਂ ਉਮੀਦ ਰੱਖੋਗੇ। ਹੈ ਫਿਰ ਵੀ ਕਹਿਣਾ ਕਿ ਹੇ ਪ੍ਰਭੂ ਇਸ ਧਰਤੀ ਦੇ ਉੱਪਰ ਕਿਰਪਾ ਕਰ, ਸਾਨੂੰ ਸਾਡੀ ਉਸ ਵਿਰਾਸਤ ਨਾਲ ਮਿਲਾ, ਸਾਨੂੰ ਸਾਡੀਆਂ ਜੜ੍ਹਾਂ ਦੇ ਨਾਲ ਇੱਕ ਵਾਰੀ ਮਿਲਾ, ਕਿਉਂਕਿ ਉਹਨਾਂ ਜੜ੍ਹਾਂ ਵਿੱਚ ਆਨੰਦ ਹੈ। ਤੁਸੀਂ ਅੱਖ ਬੰਦ ਕਰਕੇ ਕਦੇ ਮੁੜੋ ਤਾਂ ਸਹੀ ਆਪਣੀ ਜੜ੍ਹ ਵੱਲ ਨੂੰ। ਮੈਨੂੰ ਰਾਜਾ ਭਰਤਰੀ ਯਾਦ ਆਉਂਦੇ ਨੇ ਅੱਜ। ਉਹ ਬੋਲਦੇ ਹੁੰਦੇ ਸੀਗੇ ਯੋਗਾ ਵਿਯੋਗਾ। ਯੋਗ ਕਿਆ ਹੈ? ਜੋੜਨਾ। ਔਰ ਨਾਲ ਵਿਯੋਗ ਵੀ ਵਰਤਦੇ ਹੁੰਦੇ ਸੀਗੇ। ਵਿਯੋਗ ਕਿਆ ਹੈ? ਤੋੜਨਾ। ਕਿਹਨੂੰ ਤੋੜਨਾ? ਸੰਸਾਰ ਤੋਂ ਤੋੜਨਾ, ਪਦਾਰਥ ਤੋਂ ਤੋੜਨਾ, ਮਾਰਮੁਖੀ ਵਰਤਾਰੇ ਤੋਂ ਤੋੜਨਾ, ਆਪਣੇ ਸਰੀਰ ਤੋਂ ਤੋੜਨਾ। ਯੋਗ ਵਿਯੋਗ। ਇਹ ਹੁਣ ਰਾਜਾ ਭਰਤਰੀ ਇੱਕ ਇਹੋ ਜਿਹੀ ਚੀਜ਼ ਹੈਗੀ ਆ, ਉਹਨੂੰ ਉਹ ਪੂਜਣ ਜੋਗਾ ਬਣਾਇਆ ਤਾ, ਲੇਕਿਨ ਜਿਹਦੇ ਉਹਦੇ ਤਿੰਨੇ ਬਿਊਟੀਫੁਲ ਸ਼ਤਕ ਨੇ ਉਹ ਕੋਈ ਪ੍ਰਚਾਰਦਾ ਹੀ ਨਹੀਂ। ਹਾਂ, ਉਹ ਬਹੁਤ ਬੜਾ ਲੀਜੈਂਡਰੀ ਰਾਈਟਿੰਗ ਤੇ ਲੇਕਿਨ ਤੁਸੀਂ ਦੇਖੋ ਨਾ ਵਿਯੋਗ, ਵਿਯੋਗ ਮੀਨ ਜਦ ਤੱਕ ਤੁਸੀਂ ਇਹ ਸਰੀਰ ਨਹੀਂ ਛੱਡਦੇ, ਪਦਾਰਥ ਨਹੀਂ ਛੱਡਦੇ, ਧਨ ਦੌਲਤ ਤੇ ਅਹੰਕਾਰ ਨਹੀਂ ਛੱਡਦੇ, ਜਿਹੜਾ ਹੁਣ ਵਿਨਾਸ਼ ਹੋ ਰਿਹਾ, ਸਾਰੀ ਬਿਮਾਰੀ ਦੀ ਜੜ ਤਾਂ ਇਹੀ ਹੈ ਨਾ। ਸੋ ਯੋਗਾ ਵਿਯੋਗਾ ਇਹ ਸਾਡੀ ਵਿਰਾਸਤ ਹੈ। ਯੋਗਾ ਵਿਯੋਗਾ। एक बार फिर आप सबके भीतर स्व प्रकाश, उस स्व प्रकाशमान जोत को प्रणाम जिन्होंने ਅਸੀਂ ਹੁਣੇ ਯਾਦ ਕਰ ਰਹੇ ਹਾਂ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ। ਥੈਂਕ ਯੂ।